Hello everyone, welcome to Victor's Knowledge. This is Chiru Sharma, and today we are going to take up very important topic from the subject polity. So polity ਦੇ ਵਿੱਚੋਂ constitutional law ਦੇ ਵਿੱਚੋਂ amendments ਉੱਤੇ ਕਾਫੀ ਵਾਰੀ questions ਆਉਂਦੇ ਨੇ, ਚਾਹੇ ਉਹ ਆਉਣ ਵਾਲਾ excise taxation ਦਾ exam ਹੈ, sub inspector ਦਾ ਹੈ, constable ਦਾ ਹੈ, ਕੋਈ ਵੀ competitive exam ਹੈ, amendments ਦੇ ਵਿੱਚੋਂ ਇੱਕ ਜਾਂ ਦੋ question ਹਮੇਸ਼ਾ ਦੇਖਣ ਨੂੰ ਮਿਲਦੇ ਨੇ। ਸੋ ਅੱਜ ਦੇ ਇਸ ਲੈਕਚਰ ਵਿੱਚ ਆਪਾਂ ਇੰਪੋਰਟੈਂਟ ਕਨਸਟੀਟਿਊਸ਼ਨਲ ਅਮੈਂਡਮੈਂਟਸ ਦੇਖਾਂਗੇ। ਸੋ ਪਹਿਲੀ ਹੈ ਫਰਸਟ ਅਮੈਂਡਮੈਂਟ 1951 ਦੀ। ਸੋ ਆਪਾਂ ਇਹਨਾਂ ਦੇ ਵਿੱਚ ਸਿਰਫ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਅਮੈਂਡ ਕੀਤੀਆਂ ਗਈਆਂ ਨੇ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਬਦਲਾਅ ਲਿਆਂਦੇ ਗਏ ਨੇ ਉਹੀ ਆਪਾਂ ਦੇਖਾਂਗੇ। ਸੋ ਪਹਿਲੀ ਅਮੈਂਡਮੈਂਟ ਦੇ ਨਾਲ empower the state to make the advancement of socially and educationally backward class। ਸੋ ਜਿਹੜੇ ਪਿਛੜੇ ਹੋਏ ਲੋਕ ਸੀ ਇਕਨੋਮਿਕਲੀ ਪੈਸੇ ਦੇ ਵਜੋਂ ਬੈਕਵਰਡ ਕਲਾਸਿਸ ਸੀ ਉਹਨਾਂ ਨੂੰ ਅਪਲਿਫਟ ਕਰਨ ਦੇ ਲਈ ਅਮੈਂਡਮੈਂਟ ਲਿਆਂਦੀ ਗਈ, ਕੁਝ ਨਵੇਂ ਆਰਟੀਕਲਸ ਐਡ ਕੀਤੇ ਗਏ। then provided for saving of law providing for acquisition of estate, 9th schedule ਐਡ ਕੀਤਾ ਗਿਆ ਤੇ ਤਿੰਨ ਹੋਰ ਗਰਾਊਂਡ ਜਿਹੜੇ ਕਿ ਫਰੀडम ਆਫ ਸਪੀਚ ਤੇ ਐਕਸਪ੍ਰੈਸ਼ਨ ਉੱਤੇ ਰਿਸਟ੍ਰਿਕਸ਼ਨ ਲਗਾਉਂਦੇ ਨੇ ਉਸ ਚੀਜ਼ ਨੂੰ ਐਡ ਕੀਤਾ ਗਿਆ। ਤੇ ਇਹ ਤਿੰਨ ਜਿਹੜੇ ਨਵੇਂ ਗਰਾਊਂਡ ਪਹਿਲੀ ਅਮੈਂਡਮੈਂਟ ਦੇ ਵਿੱਚ ਐਡ ਕੀਤੇ ਗਏ ਸੀ ਇਹ ਸੀ ਪਬਲਿਕ ਆਰਡਰ, ਫ੍ਰੈਂਡਲੀ ਰਿਲੇਸ਼ਨ ਵਿਦ ਫੋਰਨ ਸਟੇਟ, ਇਨਸਾਈਟਮੈਂਟ ਟੂ ਐਨ ਆਫੈਂਸ। ਉਸ ਤੋਂ ਬਾਅਦ ਹੈ 6ਵੀਂ ਅਮੈਂਡਮੈਂਟ 1956 ਦੀ। ਸੋ ਜਿਹੜੀ ਇਹ ਅਮੈਂਡਮੈਂਟ ਹੈ ਇਹਨੇ ਨਵਾਂ ਸਬਜੈਕਟ ਐਡ ਕੀਤਾ ਸੀ ਯੂਨੀਅਨ ਲਿਸਟ ਵਿੱਚ। ਸੋ ਜਿਹੜਾ ਇਹ ਸਬਜੈਕਟ ਸੀ ਇਹ ਸੀ ਟੈਕਸਿਸ ਔਨ ਦ ਸੇਲ ਐਂਡ ਪਰਚੇਜ਼ ਆਫ ਗੁੱਡਸ ਡਿਊਰਿੰਗ ਇੰਟਰਸਟੇਟ ਟ੍ਰੇਡ and commerce restricted the state's power in this regard। so basically ਇੱਕ state ਤੋਂ ਦੂਜੀ state ਦੇ ਵਿੱਚ ਜੇ ਕੋਈ sale purchase ਕਰਦੀ ਹੈ goods ਦੀ ਉਹਨੂੰ ਲੈ ਕੇ taxes ਦੇ ਉੱਤੇ ਇੱਕ ਨਵਾਂ subject add ਕੀਤਾ ਗਿਆ union list ਵਿੱਚ। ਆਪਾਂ ਨੂੰ ਪਤਾ ਹੈ ਸੰਵਿਧਾਨ ਦੇ ਅੰਦਰ ਤਿੰਨ ਲਿਸਟਾਂ ਨੇ union, state, concurrent। ਯੂਨੀਅਨ ਲਿਸਟ ਦੇ ਵਿੱਚ ਜਿਹੜੇ ਵੀ ਸਬਜੈਕਟ ਨੇ ਉਹਨਾਂ ਉੱਤੇ ਸਿਰਫ ਸੈਂਟਰ ਦੀ ਸਰਕਾਰ ਦਾ ਹੱਕ ਹੈ ਵੀ ਉਹ ਕੋਈ ਵੀ ਰੂਲ ਬਣਾਵੇ, ਲਾਅ ਬਣਾਵੇ। ਜਿਹੜੀ ਸਟੇਟ ਲਿਸਟ ਹੈ ਉਹਦੇ ਉੱਤੇ ਸਟੇਟ ਦੀ ਸਰਕਾਰਾਂ ਦਾ ਹੱਕ ਹੈ ਤੇ ਜਿਹੜੀ ਕੌਨਕਰੈਂਟ ਲਿਸਟ ਆ ਤੀਜੀ ਲਿਸਟ ਆ ਬੇਸਿਕਲੀ ਇਹਦੇ ਵਿੱਚ ਦੋਨੋਂ ਦਾ ਰਾਈਟ ਹੁੰਦਾ ਹੈ ਯੂਨੀਅਨ ਤੇ ਸਟੇਟ ਦਾ, ਪਰ ਜਿੱਥੇ ਯੂਨੀਅਨ ਤੇ ਸਟੇਟ ਦੋਨੋਂ ਕਹਿਣ ਕਿ ਅਸੀਂ ਲਾਅ ਬਣਾਉਣਾ ਤਾਂ ਉੱਥੇ ਯੂਨੀਅਨ ਦੀ ਜਿਹੜੀ ਪਾਵਰ ਹੈ ਉਹ ਉੱਪਰ ਹੁੰਦੀ ਹੈ। ਨੈਕਸਟ ਹੈ 8th ਅਮੈਂਡਮੈਂਟ 1960। ਸੋ ਬੇਸਿਕਲੀ ਇਹਨੇ ਐਕਸਟੈਂਡ ਕੀਤੀ ਸੀ ਰੈਜ਼ਰਵੇਸ਼ਨ ਆਫ ਸੀਟਸ ਫॉर SC ST ਤੇ ਐਂਗਲੋ ਇੰਡੀਅਨਸ ਨੂੰ ਲੋਕ ਸਭਾ ਵਿੱਚ ਸਟੇਟ ਲੈਜਿਸਲੇਟਿਵ ਅਸੈਂਬਲੀ ਵਿੱਚ 10 ਸਾਲਾਂ ਤੱਕ 1970 ਤੱਕ। ਨੈਕਸਟ ਹੈ 10th ਅਮੈਂਡਮੈਂਟ। ਸੋ 1961 ਦੀ ਜਿਹੜੀ ਅਮੈਂਡਮੈਂਟ ਹੈ ਇਹਨੇ ਦਾਦਰਾ ਨਾਗਰ ਐਂਡ ਹਵੇਲੀ ਨੂੰ ਯੂਨੀਅਨ ਟੈਰੀਟਰੀ ਦੇ ਤੌਰ ਤੇ ਇਨਕੋਰਪੋਰੇਟ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਆਰਟੀਕਲ 240 ਹੈ ਸੰਵਿਧਾਨ ਦਾ ਉਹਦੇ ਵਿੱਚ ਬਦਲਾਅ ਲਿਆਂਦੇ ਗਏ। 13th ਅਮੈਂਡਮੈਂਟ 1962। ਸੋ ਇਸ ਅਮੈਂਡਮੈਂਟ ਦੇ ਅੰਦਰ ਨਾਗਾਲੈਂਡ ਸਟੇਟ ਹੈ ਜਿਹੜੀ ਉਹ ਫਾਰਮ ਹੋਈ। ਉਸ ਤੋਂ ਬਾਅਦ ਹੈ 15th ਅਮੈਂਡਮੈਂਟ 1963। ਇਹ ਕਾਫੀ ਇੰਪੋਰਟੈਂਟ ਅਮੈਂਡਮੈਂਟ ਹੈ। ਇਹਦੇ ਵਿੱਚ ਜਿਹੜੀ ਹਾਈ ਕੋਰਟ ਦੇ ਜੱਜ ਨੇ ਉਹਨਾਂ ਦੀ ਰਿਟਾਇਰਮੈਂਟ ਏਜ 60 ਤੋਂ 62 ਕੀਤੀ ਸੀ, 2 ਸਾਲ ਵਧਾਤੀ ਸੀ। 24th ਅਮੈਂਡਮੈਂਟ 1971। ਜਿਹੜੀ ਇਹ ਅਮੈਂਡਮੈਂਟ ਹੈ ਇਹਦੇ ਵਿੱਚ ਜਿਹੜੀ ਪਾਰਲੀਮੈਂਟ ਦੀ ਇੱਕ ਪਾਵਰ ਹੈ ਵੀ ਉਹ ਕਨਸਟੀਟਿਊਸ਼ਨ ਦੇ ਫੰਡਾਮੈਂਟਲ ਰਾਈਟਸ ਨੂੰ ਲੈ ਕੇ ਈਵਨ ਕੋਈ ਵੀ ਜਿਹੜਾ ਪਾਰਟ ਹੈ ਉਹਦੇ ਵਿੱਚ ਅਮੈਂਡਮੈਂਟ ਕਰ ਸਕਦੀ ਹੈ। ਸੋ ਉਸ ਚੀਜ਼ ਨੂੰ ਅਫਰਮ ਕੀਤਾ ਗਿਆ ਸੀ 24th ਅਮੈਂਡਮੈਂਟ ਦੇ ਅੰਦਰ ਤੇ ਨਾਲ ਹੀ ਇਹ ਚੀਜ਼ ਕਹੀ ਗਈ ਸੀ ਵੀ ਜੇ ਕੋਈ ਵੀ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਪਾਸ ਕਰਨਾ, ਸੰਵਿਧਾਨ ਦੇ ਵਿੱਚ ਕੋਈ ਵੀ ਬਦਲਾਅ ਲੈ ਕੇ ਆਉਣਾ, ਉਹਦੇ ਲਈ ਪ੍ਰੈਜ਼ੀਡੈਂਟ ਦੀ ਜਿਹੜੀ ਹਾਂ ਹੈ ਅਸੈਂਟ ਹੈ ਉਹਦੇ ਸਿਗਨੇਚਰ ਹੈ ਉਹ ਜ਼ਰੂਰੀ ਨੇ, ਕੰਪਲਸਰੀ ਨੇ। ਨੈਕਸਟ ਹੈ 31st ਅਮੈਂਡਮੈਂਟ 1973। ਸੋ ਇਸ ਅਮੈਂਡਮੈਂਟ ਦੇ ਵਿੱਚ ਜਿਹੜੀ ਇਲੈਕਟਿਵ ਸਟਰੈਂਥ ਸੀ ਲੋਕ ਸਭਾ ਦੀ ਉਹ 525 ਤੋਂ 545 ਕਰਤੀ ਸੀ। ਨੈਕਸਟ ਹੈ 36th ਅਮੈਂਡਮੈਂਟ। ਇਹਦੇ ਵਿੱਚ ਸਿੱਕਿਮ ਨੂੰ 22ਵੀਂ ਸਟੇਟ ਬਣਾਇਆ ਗਿਆ ਸੀ ਇੰਡੀਅਨ ਯੂਨੀਅਨ ਦੀ। ਇਹ ਕੁਐਸਚਨ ਐਗਜ਼ਾਮ ਦੇ ਵਿੱਚ ਕਾਫੀ ਵਾਰੀ ਰਿਪੀਟ ਹੋਇਆ। ਨੈਕਸਟ 37th ਅਮੈਂਡਮੈਂਟ। ਜਿਹੜੀ ਇਹ ਅਮੈਂਡਮੈਂਟ ਹੈ 26 ਅਪ੍ਰੈਲ 1975 ਨੂੰ ਪਾਸ ਕੀਤੀ ਗਈ ਟੂ ਪ੍ਰੋਵਾਈਡ ਲੈਜਿਸਲੇਟਿਵ ਅਸੈਂਬਲੀ ਕਾਉਂਸਲ ਆਫ ਮਿਨਿਸਟਰ ਟੂ ਅਰੁਣਾਚਲ ਪ੍ਰਦੇਸ਼। ਨੈਕਸਟ ਹੈ 39th ਅਮੈਂਡਮੈਂਟ। ਸੋ ਇਹ ਬਿੱਲ ਪਾਸ ਕੀਤਾ ਲੋਕ ਸਭਾ ਨੇ 7 ਅਗਸਤ ਨੂੰ ਤੇ ਪ੍ਰੈਜ਼ੀਡੈਂਟ ਦੀ ਅਸੈਂਟ ਮਿਲੀ 9 ਅਗਸਤ 1975 ਨੂੰ। ਇਹਦੇ ਵਿੱਚ ਬੇਸਿਕਲੀ ਇਹ ਕਿਹਾ ਗਿਆ
The act places beyond challenge in court election to parliament to a person holding the office of prime minister, speaker, election of president and vice president. Basically ਜਿਹੜੇ ਆਪਣੀ ਇਹ ਪਾਰਲੀਮੈਂਟ ਲੈਵਲ ਦੀਆਂ ਅਥਾਰਟੀਜ਼ ਨੇ, ਇਹਨਾਂ ਦੀਆਂ ਇਲੈਕਸ਼ਨਸ ਨੇ, ਇਹਨਾਂ ਬਾਰੇ ਗੱਲ ਕੀਤੀ ਗਈ ਕਿ ਕੋਰਟਸ ਵਿੱਚ ਇਹਨਾਂ ਦੀ ਇਲੈਕਸ਼ਨ ਨੂੰ ਚੈਲੰਜ ਨਹੀਂ ਕੀਤਾ ਜਾਊਗਾ। ਨੈਕਸਟ 40 ਅਮੈਂਡਮੈਂਟਸ 1976 ਦੀ ਜਿਹੜੀ ਇਹ ਅਮੈਂਡਮੈਂਟ ਹੈ ਇਹਦੇ ਵਿੱਚ ਹੋਰ 64 ਟੋਟਲ ਸੈਂਟਰਲ ਤੇ ਸਟੇਟ ਲਾਅ ਇਨਕਲੂਡ ਕਰਤੇ ਸੀ, ਮੋਸਟਲੀ ਲੈਂਡ ਰਿਫਾਰਮ ਨੂੰ ਲੈ ਕੇ, ਕਿਹਦੇ ਵਿੱਚ 9th ਸ਼ਡਿਊਲ ਵਿੱਚ। ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਆ ਕਿ ਜਿਹੜੀ ਵੀ ਆਪਣੀ ਇਕਨੋਮਿਕ ਜ਼ੋਨ ਹੈ, ਜਿਹੜਾ ਆਪਣੇ ਇੰਡੀਆ ਤੋਂ ਬਾਹਰ ਦਾ ਐਕਸਟਰਾ ਟੈਰੀਟੋਰੀਅਲ ਜ਼ੋਨ ਹੈ, ਕੋਈ ਆਪਣਾ ਸੀ ਦਾ ਲੈਵਲ ਹੈ, ਦੈਨ ਆਪਣਾ ਟੈਰੀਟੋਰੀਅਲ ਵਾਟਰਸ ਨੇ, ਕੰਟੀਨੈਂਟਲ ਸ਼ੈਲਫ ਹੈ, ਜਿਹੜੀ ਵੀ ਇੰਟਰਨੈਸ਼ਨਲ ਲਾਅ ਨੂੰ ਲੈ ਕੇ ਬਾਉਂਡਰੀਜ਼ ਨੇ ਇੰਡੀਆ ਤੋਂ ਬਾਹਰ ਦੀਆਂ, ਸਮੁੰਦਰ ਨੂੰ ਲੈ ਕੇ, ਓਸ਼ਨ ਨੂੰ ਲੈ ਕੇ, ਉਹ ਸਾਰੀਆਂ ਬਾਉਂਡਰੀਜ਼ ਇੰਡੀਆ ਦੀਆਂ ਜਿਹੜੇ ਤੈਅ ਕਰਨੀਆਂ ਨੇ ਟਾਈਮ ਟੂ ਟਾਈਮ, ਉਹਦੀ ਪਾਵਰ ਦੇਤੀ ਪਾਰਲੀਮੈਂਟ ਨੂੰ 40th ਅਮੈਂਡਮੈਂਟ ਦੇ ਅੰਦਰ। ਨੈਕਸਟ ਆਉਂਦੀ ਹੈ ਬਹੁਤ ਇੰਪੋਰਟੈਂਟ ਅਮੈਂਡਮੈਂਟ ਜਿਹਨੂੰ ਮਿਨੀ ਕਨਸਟੀਟਿਊਸ਼ਨ ਦਾ ਨਾਮ ਦਿੱਤਾ ਗਿਆ ਕਿਉਂਕਿ ਕਹਿੰਦੇ ਇਹ ਆਪਣੇ ਆਪ ਵਿੱਚ ਇੱਕ ਛੋਟਾ ਸੰਵਿਧਾਨ ਹੈ, ਕਿਉਂਕਿ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਮੈਂਡਮੈਂਟਸ ਕੀਤੀਆਂ ਗਈਆਂ ਤੇ ਇਹ 1976 ਦੀ ਅਮੈਂਡਮੈਂਟ ਹੈ, 42nd ਅਮੈਂਡਮੈਂਟ। ਸੋ ਪਹਿਲੀ ਚੀਜ਼ ਇਹ ਉਦੋਂ ਇਨੈਕਟ ਕੀਤੀ ਗਈ ਜਦੋਂ ਇੰਟਰਨਲ ਐਮਰਜੈਂਸੀ ਚੱਲ ਰਹੀ ਸੀ। ਸੋ 11 ਨਵੰਬਰ 1976 ਨੂੰ ਪਾਰਲੀਮੈਂਟ ਦੇ ਵਿੱਚ ਪਾਸ ਕੀਤੀ ਗਈ। ਪ੍ਰੈਜ਼ੀਡੈਂਟ ਨੇ ਇਹਨੂੰ ਸਾਈਨ ਕੀਤੇ 18 ਦਸੰਬਰ 1976 ਨੂੰ। ਸੋ ਜਿਹੜੀ ਅਮੈਂਡਮੈਂਟ ਹੈ ਇਹਨੇ ਕੀ ਇਸਟੈਬਲਿਸ਼ ਕੀਤਾ ਵੀ ਜਿਹੜੀ ਪਾਰਲੀਮੈਂਟ ਦੀ ਸੁਪਰੀਮੇਸੀ ਹੈ, ਪਾਰਲੀਮੈਂਟ ਹੈਡ ਹੈ ਸਾਰੇ ਬਾਕੀ ਗਵਰਨਮੈਂਟ ਦੇ ਵਿੰਗਸ ਉੱਤੇ, ਤੇ ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਨੇ ਉਹਨਾਂ ਨੂੰ ਪ੍ਰੈਜ਼ੀਡੈਂਟਸ ਮਿਲੂਗੀ ਫੰਡਾਮੈਂਟਲ ਰਾਈਟਸ ਤੋਂ, ਮਤਲਬ ਉਹਨਾਂ ਨੂੰ ਆਪਾਂ ਨੇ ਇਕੁਅਲੀ ਫੰਡਾਮੈਂਟਲ ਰਾਈਟਸ ਦੀ ਤਰ੍ਹਾਂ ਹੀ ਆਪਾਂ ਨੇ ਫੋਲੋ ਕਰਨਾ ਹੈ। ਦੈਨ ਉਸ ਤੋਂ ਬਾਅਦ ਜਿਹੜੇ ਫੰਡਾਮੈਂਟਲ ਡਿਊਟੀਜ਼ ਨੇ ਉਹ ਇਨੂਮਰੇਟ ਕੀਤੀਆਂ ਪਹਿਲੀ ਵਾਰੀ ਇਸ ਅਮੈਂਡਮੈਂਟ ਨੇ 10 ਫੰਡਾਮੈਂਟਲ ਡਿਊਟੀਜ਼। Next is it further imposed limits on power and jurisdiction of judiciary. So jurisdiction ਜਿਹੜੀ judiciary ਦੀ ਹੈ ਕਿ courts ਦੀ, judges ਦੀ, ਉਹਦੇ ਬਾਰੇ ਵੀ ਥੋੜਾ ਨਾ exclusively detail ਵਿੱਚ ਕੁਝ changes ਲੈ ਕੇ ਆਏ। Then ਜਿਹੜੀ ਇਹ amendment ਹੈ ਇਹਨੇ ਲੋਕ ਸਭਾ ਤੇ ਰਾਜ ਸਭਾ ਦਾ ਜਿਹੜਾ time period ਹੈ ਉਹਨੂੰ ਲੈ ਕੇ ਕੁਝ changes ਕੀਤੀਆਂ। Authorize the use of central armed force in any state to deal with law and order problem. So ਕਹਿੰਦੇ 42nd amendment ਵਿੱਚ ਕਿਹਾ ਗਿਆ ਵੀ ਜੇ ਕਿਸੇ ਵੀ ਸਟੇਟ ਵਿੱਚ ਕੋਈ ਵੀ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਉਂਦੀ ਹੈ, ਕੋਈ ਇੰਟਰਨਲ ਡਿਸਟਰਬੈਂਸ ਹੁੰਦੀ ਹੈ, ਤਾਂ ਜਿਹੜੀ ਸੈਂਟਰਲ ਆਰਮਡ ਫੋਰਸ ਹੈ ਉਹਨੂੰ ਮੰਗਵਾ ਕੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਠੀਕ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਜਿਹੜੀ ਬੇਸਿਕ ਸਟਰਕਚਰ ਹੈ ਕਨਸਟੀਟਿਊਸ਼ਨ ਦਾ ਉਹਨੂੰ ਵਿੱਚ ਕੁਝ ਚੇਂਜਸ ਲੈ ਕੇ ਆਉਂਦੀਆਂ ਗਈਆਂ। ਸੋਸ਼ਲਿਸਟ, ਸੈਕੂਲਰ, ਰਿਪਬਲਿਕ, ਇਹ ਤਿੰਨ ਵਰਡ ਆਪਾਂ ਨੂੰ ਪਤਾ ਹੈ ਪ੍ਰੀਐਮਬਲ ਵਿੱਚ ਐਡ ਕੀਤੇ ਗਏ। So AC important amendments under 42nd Amendment Act of 1976. Next is 43rd Amendment of 1977. ਇਹਨੂੰ ਅਸੈਂਟ ਮਿਲੀ ਪ੍ਰੈਜ਼ੀਡੈਂਟ ਦੀ 13 ਅਪ੍ਰੈਲ 1978 ਨੂੰ। ਜਿਹੜਾ ਇਹ ਐਕਟ ਹੈ ਬੇਸਿਕਲੀ 43rd Amendment ਨੇ ਜਿਹੜਾ 42nd ਪਿਛਲਾ ਐਕਟ ਸੀ ਉਹਦੇ ਵਿੱਚ ਕੁਝ ਐਮਰਜੈਂਸੀ ਨੂੰ ਲੈ ਕੇ ਪ੍ਰੋਵੀਜ਼ਨ ਦਿੱਤੀਆਂ ਗਈਆਂ ਸੀ ਤੇ ਉਹ ਪ੍ਰੋਵੀਜ਼ਨਸ ਇੰਨੀਆਂ ਸਹੀ ਨਹੀਂ ਮੰਨੀਆਂ ਜਾ ਰਹੀਆਂ ਸੀ, ਸੋ ਉਹ ਪ੍ਰੋਵੀਜ਼ਨਸ ਹਟਾਤੀਆਂ ਸੀ ਇਸ ਐਕਟ ਦੇ ਅੰਦਰ। ਨੈਕਸਟ ਹੈ 44th ਅਮੈਂਡਮੈਂਟ। ਇਹ ਵੀ ਕਾਫੀ ਵਾਰੀ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੈ। ਸੋ ਇਹਦੀ ਜਿਹੜੀ ਅਸੈਂਟ ਹੈ ਪ੍ਰੈਜ਼ੀਡੈਂਟ ਵੱਲੋਂ ਉਹ ਅਗਲੇ ਸਾਲ 30 ਅਪ੍ਰੈਲ 1979 ਵਿੱਚ ਮਿਲੀ ਤੇ ਇਸ ਐਕਟ ਨੇ ਬੇਸਿਕਲੀ ਕੀ ਕੀਤਾ, ਜਿਹੜੀ ਡਿਊਰੇਸ਼ਨ ਸੀ ਲੋਕ ਸਭਾ ਦੀ, ਸਟੇਟ ਲੈਜਿਸਲੇਟਿਵ ਅਸੈਂਬਲੀ ਦੀ, ਉਹਨੂੰ 6 ਤੋਂ ਘਟਾ ਕੇ 5 ਸਾਲ ਕਰਤਾ। ਸੋ ਜਿਹੜੀ ਨਾਰਮਲ ਟਰਮ ਸੀ ਜਿਹੜੀ 42nd ਅਮੈਂਡਮੈਂਟ ਦੇ ਅੰਦਰ ਵਧਾਈ ਗਈ ਸੀ ਉਹਨੂੰ ਰਿਡਿਊਸ ਕਰਤਾ। ਦੈਨ ਇੱਕ ਹੋਰ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੈ that is related to right to property. ਸੋ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਰਾਈਟ ਟੂ ਪ੍ਰੋਪਰਟੀ ਨੂੰ ਹਟਾ ਕੇ ਇਹਨੂੰ ਇੱਕ ਲੀਗਲ ਰਾਈਟ ਬਣਾਤਾ ਤੇ ਇਹ ਬਣਾਇਆ ਗਿਆ 44th ਅਮੈਂਡਮੈਂਟ ਦੇ ਅੰਦਰ। 45th Amendment 1980. This act extends reservation of seat for SC, ST in Parliament, State Assembly, Anglo-Indian ਹੋਰ ਅਗਲੇ 10 ਸਾਲਾਂ ਦੇ ਲਈ ਜਿਹੜੀਆਂ ਰਿਜ਼ਰਵੇਸ਼ਨਸ ਨੇ ਇਹਨਾਂ ਦਾ ਟਾਈਮ ਪੀਰੀਅਡ ਇਨਕਰੀਜ਼ ਕਰ ਦਿੱਤਾ ਗਿਆ। 46th Amendment ਇਹ ਵੀ ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਗਵਰਨਮੈਂਟ ਹੈ ਕੋਈ ਵੀ
ਉਹ ਕਨਸਟੀਟਿਊਸ਼ਨ ਦਾ ਕੋਈ ਵੀ ਅਥਾਰਟੇਟਿਵ ਟੈਕਸਟ ਹੈ ਉਹਨੂੰ ਹਿੰਦੀ ਵਿੱਚ ਹੀ ਤਿਆਰ ਕਰੂ। 52nd ਅਮੈਂਡਮੈਂਟ 1985 ਇਹਦੇ ਵਿੱਚ ਕਿਹਾ ਗਿਆ ਕਿ ਜੇ ਕੋਈ ਡਿਫੈਕਸ਼ਨ ਕਰ ਰਿਹਾ, ਐਂਟੀ ਡਿਫੈਕਸ਼ਨ ਲਾਅ ਦੇ ਨਾਲ ਰਿਲੇਟਡ ਹੈ। ਇਹ ਐਗਜ਼ਾਮ ਦੇ ਵਿੱਚ ਹਰ ਵਾਰ ਰਿਪੀਟ ਹੋਣ ਵਾਲੀ ਅਮੈਂਡਮੈਂਟ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਕਹਿੰਦੇ ਜੇ ਕੋਈ ਵੀ ਮੈਂਬਰ ਹੈ ਪਾਰਟੀ ਦਾ, ਕਿਸੇ ਦਾ ਵੀ, ਉਹ ਡਿਫੈਕਸ਼ਨ ਕ੍ਰੀਏਟ ਕਰ ਰਿਹਾ, ਉਹ ਕੋਈ ਦਲ ਬਦਲ ਰਿਹਾ ਇਲੈਕਟ ਹੋਣ ਤੋਂ ਬਾਅਦ, ਤਾਂ ਉਹਨੂੰ ਡਿਸਕੁਆਲੀਫਾਈ ਕੀਤਾ ਜਾਊਗਾ ਪਾਰਲੀਮੈਂਟ ਦੇ ਵਿੱਚੋਂ ਜਾਂ ਫਿਰ ਸਟੇਟ ਲੈਜਿਸਲੇਚਰ ਦੇ ਵਿੱਚੋਂ। ਸੋ ਜਿਹੜਾ ਐਂਟੀ ਡਿਫੈਕਸ਼ਨ ਲਾਅ ਨਿਕਲ ਕੇ ਆਉਂਦਾ ਬਹੁਤ ਇੰਪੋਰਟੈਂਟ, ਜਿਹਦੇ ਨਾਲ ਰਿਲੇਟਡ ਇੱਕ ਸ਼ਡਿਊਲ ਵੀ ਹੈ ਸੰਵਿਧਾਨ ਦੇ ਵਿੱਚ, ਉਹ ਇਸ ਅਮੈਂਡਮੈਂਟ 'ਚ ਨਿਕਲ ਕੇ ਆਉਂਦਾ। ਤੇ ਇਹ ਜਿਹੜੀ ਐਂਟੀ ਡਿਫੈਕਸ਼ਨ ਹੈ ਇੱਕ ਡਿਸਕੁਆਲੀਫਿਕੇਸ਼ਨ ਹੈ for being a member of parliament or state legislature. Next is 53rd amendment. ਇਹਦੇ ਵਿੱਚ ਮਿਜ਼ੋਰਮ ਨੂੰ ਸਟੇਟ ਬਣਾਇਆ ਗਿਆ। 54th amendment ਇਹਦੇ ਵਿੱਚ ਜਿਹੜੀਆਂ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜ ਨੇ, ਇਹਨਾਂ ਦੀ ਜਿਹੜੀ ਤਨਖਾਹ ਹੈ, ਸੈਲਰੀ ਹੈ, ਉਹਨੂੰ ਵਧਾਇਆ ਗਿਆ। ਉਸ ਤੋਂ ਬਾਅਦ ਜਿਹੜੀ 1987 ਦੀਆਂ ਤਿੰਨ ਇੰਪੋਰਟੈਂਟ ਅਮੈਂਡਮੈਂਟਸ ਨੇ, 55, 56, 57। ਸੋ ਜਿਹੜੀ 55th ਹੈ ਇਹਦੇ ਵਿੱਚ ਅਰੁਣਾਚਲ ਪ੍ਰਦੇਸ਼ ਨੂੰ ਸਟੇਟ ਬਣਾਇਆ ਗਿਆ, ਅਗਲੀ ਦੇ ਵਿੱਚ ਗੋਆ ਨੂੰ, ਤੇ 57 ਦੇ ਵਿੱਚ ਦਮਨ ਐਂਡ ਦੀਊ ਨੂੰ ਇੱਕ ਯੂਨੀਅਨ ਟੈਰੀਟਰੀ ਦੇ ਤੌਰ ਤੇ ਫਾਰਮ ਕੀਤਾ ਗਿਆ। ਉਸ ਤੋਂ ਬਾਅਦ ਹੈ 58th ਅਮੈਂਡਮੈਂਟ 1988। ਇਹਦੇ ਵਿੱਚ ਕੀ ਕੀਤਾ ਗਿਆ, ਜਿਹੜੀ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਿਜ਼ੋਰਮ, ਮੇਘਾਲਿਆ, ਉਰੇ ਸਪੈਸ਼ਲ ਅਰੇਂਜਮੈਂਟ ਕੀਤੇ ਗਏ ST ਕੈਟੇਗਰੀ ਦੀ ਰਿਜ਼ਰਵੇਸ਼ਨ ਲਈ। Next is 59th Amendment 1988. So it empowered central government to impose emergency in Punjab when deemed necessary. So ਕਹਿੰਦੇ ਜਦੋਂ ਵੀ ਜ਼ਰੂਰਤ ਲੱਗੇ ਤਾਂ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਐਮਰਜੈਂਸੀ ਡਿਕਲੇਅਰ ਕਰ ਸਕਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਇਸ ਸਮੇਂ ਜਿਹੜੇ ਹਾਲਾਤ ਸੀ ਉਹ ਬਹੁਤ ਹੀ ਜ਼ਿਆਦਾ ਡਿਸਟਰਬ ਸੀ। Next is 61st Amendment. ਇਹ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਰਿਪੀਟ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਜਿਹੜੀ ਵੋਟਿੰਗ ਏਜ ਹੈ ਇੰਡੀਆ ਦੇ ਵਿੱਚ ਉਹ 21 ਤੋਂ ਘਟਾ ਕੇ 18 ਕੀਤੀ ਸੀ, ਤੇ ਇਸ ਅਮੈਂਡਮੈਂਟ ਨੂੰ ਪ੍ਰੈਜ਼ੀਡੈਂਟ ਦੀ ਅਸੈਂਟ ਮਿਲੀ ਸੀ 28 ਮਾਰਚ 1989 ਵਿੱਚ। 63rd ਅਮੈਂਡਮੈਂਟ ਨੇ ਜਿਹੜੀ 59th ਅਮੈਂਡਮੈਂਟ ਸੀ ਪੰਜਾਬ 'ਚ ਐਮਰਜੈਂਸੀ ਲਾਉਣ ਵਾਲੀ, ਉਹਨੂੰ ਰਿਮੂਵ ਕਰਤਾ। ਫਿਰ ਅਗਲੀ ਅਮੈਂਡਮੈਂਟ ਨੇ ਪ੍ਰੈਜ਼ੀਡੈਂਟ ਰੂਲ ਸੀ ਜਿਹੜਾ ਉਹਨੂੰ 6 ਮਹੀਨੇ ਵਧਾਤਾ ਪੰਜਾਬ ਵਿੱਚ। 66th ਅਮੈਂਡਮੈਂਟ ਨੇ ਬਹੁਤ ਸਾਰੀਆਂ ਲੈਂਡ ਰਿਫਾਰਮਸ ਨੂੰ 9ਵੇਂ ਸ਼ਡਿਊਲ ਦੇ ਅੰਦਰ ਲੈ ਆਂਦਾ। ਫਿਰ ਆਉਂਦੀ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਅਮੈਂਡਮੈਂਟ 69th ਅਮੈਂਡਮੈਂਟ 1991 ਦੀ। ਇਹਨੇ ਦਿੱਲੀ ਨੂੰ ਨੈਸ਼ਨਲ ਕੈਪੀਟਲ ਰੀਜਨ ਬਣਾਇਆ। ਫਿਰ ਜਿਹੜੀ 1992 ਦੀ ਅਮੈਂਡਮੈਂਟ ਹੈ, 1992 ਤੋਂ ਪਹਿਲਾਂ ਜਿਹੜੀ ਵੀ ਰਾਸ਼ਟਰਪਤੀ ਦੀ ਇਲੈਕਸ਼ਨ ਸੀ ਉਹਦੇ ਵਿੱਚ ਯੂਨੀਅਨ ਟੈਰੀਟਰੀ ਦਾ ਕੋਈ ਵੀ ਇਲੈਕਟਿਡ ਮੈਂਬਰ ਕਿਸੇ ਵੀ ਅਸੈਂਬਲੀ ਦਾ, ਲੈਜਿਸਲੇਚਰ ਦਾ ਪਾਰਟਿਸਿਪੇਟ ਨਹੀਂ ਸੀ ਕਰਦਾ। ਪਰ ਇਸ ਅਮੈਂਡਮੈਂਟ ਤੋਂ ਬਾਅਦ ਪੌਂਡੀਚੇਰੀ ਤੇ ਦਿੱਲੀ ਦੋ ਇਹੋ ਜਿਹੀਆਂ ਯੂਨੀਅਨ ਟੈਰੀਟਰੀ ਸੀ ਜਿਨ੍ਹਾਂ ਦੇ ਲੈਜਿਸਲੇਚਰ ਦੇ ਮੈਂਬਰਸ ਨੂੰ ਇਨਕਲੂਡ ਕੀਤਾ ਗਿਆ ਟੂ ਪਾਰਟਿਸਿਪੇਟ ਇਨ ਦ ਇਲੈਕਸ਼ਨ ਆਫ ਪ੍ਰੈਜ਼ੀਡੈਂਟ। ਬਹੁਤ ਜ਼ਿਆਦਾ ਇੰਪੋਰਟੈਂਟ ਅਮੈਂਡਮੈਂਟ ਹੈ। ਫਿਰ ਜਿਹੜੀ 71st ਅਮੈਂਡਮੈਂਟ ਹੈ ਇਹਨੇ ਤਿੰਨ ਹੋਰ ਨਵੀਆਂ ਲੈਂਗੁਏਜਸ ਨੂੰ 8ਵੇਂ ਸ਼ਡਿਊਲ ਦੇ ਅੰਦਰ ਐਡ ਕੀਤਾ, ਕੋਂਕਣੀ, ਮਨੀਪੁਰੀ, ਨੇਪਾਲੀ। 72nd ਅਮੈਂਡਮੈਂਟ ਇਹਨੇ ਟੈਂਪਰੇਰੀ ਪ੍ਰੋਵੀਜ਼ਨ ਬਣਾਈ ਆਰਜੀ ਤੌਰ ਤੇ for the determination of number of seat reserved for ST in State Assembly of Tripura until readjustment of seats based on first census. So ਜਿਹੜੇ next ਦੋ ਇਹ important ਨੇ 73rd ਤੇ 74th, ਇਹ local institution ਨਾਲ related ਹੈ, ਇਹ ਹੈ rural and this one is for urban. So ਇਹਨਾਂ amendments ਦੇ ਵਿੱਚ ਪੰਚਾਇਤ ਨੂੰ include ਕੀਤਾ ਗਿਆ separate ਇੱਕ head ਦੇ ਤੌਰ ਤੇ constitution ਦੇ ਅੰਦਰ, the 74th is related to Nagarpalikas municipalities. Then comes 75th Amendment 1993. So this provides for setting up of state level rent tribunal to exclude the jurisdiction of all court. Next is 76th Amendment 1994. ਇਹਦੇ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਐਜੂਕੇਸ਼ਨਲ ਇੰਸਟੀਚਿਊਟ ਹੈ ਜਾਂ ਕੋਈ ਪੋਸਟ ਹੈ, ਅਪਾਇੰਟਮੈਂਟ ਹੈ, ਉਹਦੇ ਵਿੱਚ ਰਿਜ਼ਰਵੇਸ਼ਨ ਹੋਊਗੀ ਬੈਕਵਰਡ ਕਲਾਸ ਦੀ, SC ਦੀ, ST ਦੀ। 77th Amendment 1995, ਅਕੋਰਡਿੰਗ ਟੂ ਦਿਸ ਐਕਟ ਗਵਰਨਮੈਂਟ ਨੇ ਡਿਸਾਈਡ ਕੀਤਾ ਕਿ ਜਿਹੜੀ ਐਗਜ਼ਿਸਟਿੰਗ ਪਾਲਿਸੀ ਹੈ ਰਿਜ਼ਰਵੇਸ਼ਨ ਦੀ ਪ੍ਰਮੋਸ਼ਨ ਦੇ ਵਿੱਚ ਉਹ ਕੰਟੀਨਿਊ ਰੱਖੀ ਜਾਊਗੀ, ਉਸੇ ਤਰ੍ਹਾਂ ਅੱਗੇ ਚੱਲਦੀ ਰਹੂਗੀ। ਦੈਨ 78th Amendment ਦੇ ਵਿੱਚ
ਜਿਹੜੀਆਂ ਲੈਂਡ ਰਿਫਾਰਮ ਸੀ ਹੋਰ ਇਨਕਲੂਡ ਕੀਤੀਆਂ 9ਵੇਂ ਸ਼ਡਿਊਲ ਦੇ ਵਿੱਚ। ਉਸ ਤੋਂ ਬਾਅਦ 79th Amendment 1999 it extends the reservation of seat for SC ST Anglo Indian ਹੋਰ ਅਗਲੇ 10 ਸਾਲਾਂ ਦੇ ਲਈ ਵਧਾਤਾ। Next is 80th Amendment 2000. So it deals with an alternative scheme for sharing tax between state and union. 81st Amendment. ਸੋ ਇਹਦੇ ਵਿੱਚ ਕਿਹਾ ਗਿਆ ਕਿ ਜਿਹੜੀਆਂ ਵੀ ਅਨਫਿਲਡ ਵੈਕੈਂਸੀਜ਼ ਨੇ, ਕੋਈ ਵੀ ਸੀਟਾਂ ਨੇ ਉਹ ਖਾਲੀ ਰਹਿ ਗਈਆਂ ਤੇ ਜਿਹੜੀਆਂ SC ST ਦੇ ਲਈ ਰਿਜ਼ਰਵ ਕੀਤੀਆਂ ਹੋਈਆਂ ਸੀ ਤਾਂ ਉਹਨਾਂ ਨੂੰ ਅਲੱਗ ਤੋਂ ਸੈਪਰੇਟ ਵੈਕੈਂਸੀ ਦੇ ਤੌਰ ਤੇ ਅਗਲੇ ਸਾਲ ਦੇ ਵਿੱਚ ਆਪਾਂ ਐਲੋਕੇਟ ਕਰਕੇ ਭਰ ਸਕਦੇ ਹਾਂ। ਉਸ ਤੋਂ ਬਾਅਦ ਇਹ 82nd Amendment ਬਹੁਤ ਇੰਪੋਰਟੈਂਟ ਅਮੈਂਡਮੈਂਟ ਹੈ। ਇਹਦੇ ਵਿੱਚ ਕਿਹਾ ਗਿਆ ਕਿ nothing in Article 355 shall prevent state from making any provision in favor of member of SC ST for relaxation in qualifying marks. ਸੋ ਕਹਿੰਦੇ ਚਾਹੇ ਕੋਈ ਪੇਪਰ ਹੈ, ਕੋਈ ਮੈਰਿਟ ਬੇਸਡ ਐਗਜ਼ਾਮੀਨੇਸ਼ਨ ਹੈ, ਕਿਸੇ ਜੌਬ ਦੀ ਗੱਲ ਹੋ ਰਹੀ ਹੈ ਜਾਂ ਕਿਤੇ ਪ੍ਰਮੋਸ਼ਨ ਦੀ ਹੋ ਰਹੀ ਹੈ, ਸਰਕਾਰ ਨੂੰ ਚਾਹੇ ਉਹ ਸੈਂਟਰ ਦੀ ਹੈ ਚਾਹੇ ਸਟੇਟ ਦੀ ਹੈ, ਕੋਈ ਵੀ ਚੀਜ਼ ਰੋਕ ਨਹੀਂ ਸਕਦੀ ਵੀ ਉਹ SC ST ਦੇ ਲਈ ਘੱਟ ਪਾਸਿੰਗ ਮਾਰਕਸ ਰੱਖ ਸਕੇ। Then 83rd Amendment. ਸੋ ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜਾ ਆਰਟੀਕਲ 243M ਹੈ, ਸੋ ਉਹਦੇ ਵਿੱਚ ਅਮੈਂਡਮੈਂਟ ਲਿਆਂਦੀ ਗਈ in order to provide that no reservation panchayat be made in favor of SC ST in Arunachal Pradesh where whole population is tribal. Then 84th Amendment extended the ban on readjustment of seat in Lok Sabha and State Legislative Assembly for another 25 year. ਸੋ 2026 ਤੱਕ ਜਿਹੜਾ ਇਹ ਬੈਨ ਸੀ ਉਹਨੂੰ ਐਕਸਟੈਂਡ ਕਰਤਾ। Then comes 85th Amendment. ਸੋ ਇਹਦੇ ਵਿੱਚ ਇੱਕ ਸੀਨੀਅਰਿਟੀ ਦਾ ਜਿਹੜਾ ਕਨਸੈਪਟ ਹੈ ਉਹ ਲਿਆਂਦਾ ਗਿਆ in the case of promotion. 86th Amendment ਬਹੁਤ ਵਾਰੀ ਐਗਜ਼ਾਮ ਦੇ ਵਿੱਚ ਰਿਪੀਟ ਹੁੰਦੀ ਹੈ। ਸੋ ਜਿਹੜੀ ਇਹ ਅਮੈਂਡਮੈਂਟ ਹੈ ਇਹਦੇ ਨਾਲ ਹੀ ਆਪਾਂ ਨੂੰ ਪਤਾ ਹੈ ਕਿ ਆਰਟੀਕਲ 21A ਵੀ ਰਿਲੇਟਡ ਹੈ। ਸੋ ਇਹਦੇ ਵਿੱਚ ਰਾਈਟ ਟੂ ਐਜੂਕੇਸ਼ਨ ਪ੍ਰੋਵਾਈਡ ਕੀਤੀ ਹੋਈ ਹੈ 6 ਤੋਂ 14 ਸਾਲ ਦੇ ਬੱਚੇ ਦੇ ਲਈ ਕੰਪਲਸਰੀ ਐਜੂਕੇਸ਼ਨ। Next is 87th Amendment. It provided for readjustment and rationalization of territorial constituencies. ਸੋ ਕਹਿੰਦੇ ਸੈਂਸਸ ਦੇ ਅਕੋਰਡਿੰਗ ਕੋਈ ਵੀ ਪੋਪੂਲੇਸ਼ਨ ਫਿਗਰ ਜਦੋਂ ਨਵੀਆਂ ਆਉਂਦੀਆਂ ਨੇ ਤਾਂ ਉਹਦੇ ਮੁਤਾਬਿਕ ਜਿਹੜੀਆਂ ਵੀ ਟੈਰੀਟੋਰੀਅਲ ਕਨਸਟੀਚੁਐਂਸੀਜ਼ ਨੇ ਉਹਨਾਂ ਦੀਆਂ ਸੀਟਸ ਨੇ ਉਹਨਾਂ ਨੂੰ ਆਪਾਂ ਰੀਐਡਜਸਟ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈ 88th Amendment. ਸੋ ਇਹਦੇ ਵਿੱਚ ਸਰਵਿਸ ਟੈਕਸ ਨੂੰ ਲੈ ਕੇ ਇੱਕ ਨਵੀਂ ਪ੍ਰੋਵੀਜ਼ਨ ਐਡ ਕੀਤੀ ਗਈ ਆਰਟੀਕਲ 268A। 89th Amendment. ਇਹਨੇ ਬਾਈਫਰਕੇਟ ਕੀਤਾ, ਡਿਵਾਈਡ ਕੀਤਾ ਦੋ ਹਿੱਸਿਆਂ ਦੇ ਵਿੱਚ। ਜਿਹੜਾ ਪਹਿਲਾਂ ਕੰਬਾਈਨਡ ਨੈਸ਼ਨਲ ਕਮਿਸ਼ਨ ਸੀ SC ST ਦੇ ਲਈ, ਹੁਣ ਉਹਨੂੰ SC ਦੇ ਲਈ ਅਲੱਗ ਤੇ ST ਦੇ ਲਈ ਅਲੱਗ। ਸੋ SC ਦਾ ਜਿਹੜਾ ਨੈਸ਼ਨਲ ਕਮਿਸ਼ਨ ਹੈ ਉਹ ਹੈ ਆਰਟੀਕਲ 338 ਵਿੱਚ ਤੇ STs ਦੇ ਲਈ 338A। ਨੈਕਸਟ ਇਜ਼ 90th Amendment. ਸੋ ਇਹਦੇ ਵਿੱਚ ਪ੍ਰੋਵਾਈਡ ਕੀਤਾ ਗਿਆ ਕਿ ਜਿਹੜੇ ਵੀ ਪੁਰਾਣੀ ਰੈਪਰੈਜ਼ੈਂਟੇਸ਼ਨ ਹੈ ਸ਼ਡਿਊਲਡ ਟ੍ਰਾਈਬ ਦੀ ਅਸਮ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਬੋਡੋਲੈਂਡ ਟੈਰੀਟੋਰੀਅਲ ਏਰੀਆ ਡਿਸਟ੍ਰਿਕਟ ਦੇ ਵਿੱਚ ਉਹ ਉਸੇ ਤਰ੍ਹਾਂ ਮੇਨਟੇਨ ਰਹੂ। 91st Amendment ਇਹ ਲਾਗੂ ਹੋਈ 1/1/2004 ਤੋਂ। ਇਹਨੇ ਜਿਹੜੀ ਕਾਉਂਸਲ ਆਫ ਮਿਨਿਸਟਰ ਹੈ ਉਹਦਾ ਜਿਹੜਾ ਸਾਈਜ਼ ਹੈ ਉਹਨੂੰ 15% ਤੱਕ ਘਟਾਤਾ। 92nd Amendment. ਇਹਨੇ 3 ਹੋਰ ਨਵੀਆਂ ਲੈਂਗੁਏਜਸ ਐਡ ਕਰਤੀਆਂ ਆਫੀਸ਼ੀਅਲ ਲੈਂਗੁਏਜ ਲਿਸਟ ਵਿੱਚ ਬੋਡੋ, ਡੋਗਰੀ, ਸੰਥਲੀ, ਮੈਥਲੀ। ਸੋ ਟੋਟਲ ਇਹ 4 ਲੈਂਗੁਏਜਸ ਐਡ ਕੀਤੀਆਂ ਨੇ। 93rd Amendment 2005. ਇਹਨੇ ਪ੍ਰੋਵਾਈਡ ਕੀਤਾ ਵੀ 27% ਰਿਜ਼ਰਵੇਸ਼ਨ ਰਹੂਗੀ ਅਦਰ ਬੈਕਵਰਡ ਕਲਾਸ ਦੀ, ਚਾਹੇ ਕੋਈ ਸਰਕਾਰੀ ਹਾਇਰ ਐਜੂਕੇਸ਼ਨ ਇੰਸਟੀਚਿਊਸ਼ਨ ਆ ਜਾਂ ਫਿਰ ਕੋਈ ਪ੍ਰਾਈਵੇਟ ਆ। ਨੈਕਸਟ ਹੈ 94th Amendment. This provided for a Minister of Tribal Welfare in newly created Jharkhand ਤੇ ਛੱਤੀਸਗੜ੍ਹ state including ਮੱਧ ਪ੍ਰਦੇਸ਼ ਤੇ ਓਡੀਸ਼ਾ। ਸੋ ਇਹ ਚਾਰਾਂ ਸਟੇਟ ਦੇ ਵਿੱਚ ਕਹਿੰਦੇ ਇੱਕ ਪ੍ਰੋਪਰ ਟ੍ਰਾਈਬਲ ਵੈਲਫੇਅਰ ਦਾ ਮਿਨਿਸਟਰ ਹੋਣਾ ਚਾਹੀਦਾ ਹੈ। 2009 ਦੀ 95th Amendment ਦੇ ਵਿੱਚ ਕਿਹਾ ਗਿਆ ਕਿ ਜਿਹੜੀ ਰਿਜ਼ਰਵੇਸ਼ਨ ਆ SC ਦੀ ST ਦੀ ਲੋਕ ਸਭਾ ਦੇ ਵਿੱਚ ਜਾਂ ਫਿਰ ਸਟੇਟ ਅਸੈਂਬਲੀ ਦੇ ਵਿੱਚ ਉਹਨੂੰ 60 ਇਅਰਸ ਤੋਂ 70 ਇਅਰਸ ਤੱਕ ਅੱਗੇ ਹੋਰ ਐਕਸਟੈਂਡ ਕੀਤਾ ਜਾਵੇ। ਫਿਰ ਬਹੁਤ ਇੰਪੋਰਟੈਂਟ ਚੀਜ਼ ਆਉਂਦੀ ਹੈ 96th Amendment ਦੇ ਵਿੱਚ ਉੜੀਆ ਨੂੰ ਬਦਲ ਕੇ ਇਹ ਵਾਲਾ ਵਰਡ ਜਿਹੜਾ ORIYA ਇਹਦੇ ਨਾਲ ਸਬਸਟੀਟਿਊਟ ਕਰਤਾ।
97th ਅਮੈਂਡਮੈਂਟ ਇਹਨੇ ਵਰਡਸ ਐਡ ਕੀਤੇ ਕੋਆਪਰੇਟਿਵ ਸੁਸਾਇਟੀ। ਸੋ ਜਿੱਥੇ ਯੂਨੀਅਨ ਵਰਡ ਸੀ 191 ਸੀ ਦੇ ਵਿੱਚ 43 ਬੀ ਦੇ ਵਿੱਚ ਉੱਥੇ ਇਹ ਵਰਡਸ ਐਡ ਕੀਤੇ ਤੇ ਨਾਲ ਹੀ ਇੱਕ ਪਾਰਟ 9 ਬੀ ਐਡ ਕੀਤਾ ਗਿਆ ਕੋਆਪਰੇਟਿਵ ਸੁਸਾਇਟੀਜ਼ ਦਾ। ਸੋ ਇਹ ਵੀ ਕਾਫੀ ਵਾਰੀ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੀ ਹੈ। 98th ਅਮੈਂਡਮੈਂਟ ਹੈ 2012 ਦੀ। ਇਹਦੇ ਵਿੱਚ ਜਿਹੜਾ ਕਰਨਾਟਕਾ ਦਾ ਗਵਰਨਰ ਹੈ ਉਹਨੂੰ ਐਮਪਾਵਰ ਕੀਤਾ ਗਿਆ, ਉਹਨੂੰ ਪਾਵਰ ਦਿੱਤੀ ਗਈ ਐਕਸਟਰਾ ਵੀ ਉਹ ਹੈਦਰਾਬਾਦ ਕਰਨਾਟਕਾ ਰੀਜਨ ਨੂੰ ਡਿਵੈਲਪ ਕਰਨ ਦੇ ਲਈ ਜੋ ਵੀ ਜ਼ਰੂਰੀ ਸਟੈਪ ਨੇ ਉਹ ਚੱਕ ਸਕਦਾ ਹੈ। ਦੈਨ 99th ਅਮੈਂਡਮੈਂਟ ਦੇ ਵਿੱਚ ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟ ਕਮਿਸ਼ਨ ਅਪਾਇੰਟ ਫਾਰਮ ਕਰਨ ਦੀ ਗੱਲ ਕੀਤੀ ਗਈ। 100 ਅਮੈਂਡਮੈਂਟ ਦੇ ਵਿੱਚ ਜਿਹੜੀ ਕਨਸਟੀਟਿਊਸ਼ਨ 100 ਅਮੈਂਡਮੈਂਟ ਹੈ 2015 ਦੀ। ਸੋ ਇਹ ਜਿਹੜਾ ਪ੍ਰਣਬ ਮੁਖਰਜੀ ਪ੍ਰੈਜ਼ੀਡੈਂਟ ਹੈ ਉਹਨਾਂ ਨੇ ਇਹਨੂੰ ਅਸੈਂਟ ਦਿੱਤੀ ਤੇ ਨਾਲ ਹੀ ਇਹਦੇ ਵਿੱਚ ਜਿਹੜਾ ਲੈਂਡ ਬਾਉਂਡਰੀ ਅਗਰੀਮੈਂਟ ਹੋਇਆ ਸੀ ਇੰਡੀਆ ਤੇ ਬੰਗਲਾਦੇਸ਼ ਦਾ ਉਹਨੂੰ ਲੈ ਕੇ ਇੰਪੋਰਟੈਂਟ ਅਮੈਂਡਮੈਂਟ ਕੀਤੀ ਗਈ। ਸੋ ਜਿਹੜੇ ਲਾਸਟ ਵਾਲੀਆਂ ਕੁਝ ਲੇਟੈਸਟ ਅਮੈਂਡਮੈਂਟਸ ਨੇ ਇਹ ਆਉਣ ਵਾਲੇ ਸਾਰੇ ਐਗਜ਼ਾਮਸ ਦੇ ਲਈ ਬਹੁਤ ਇੰਪੋਰਟੈਂਟ ਰਹਿਣ ਵਾਲੀਆਂ ਨੇ। ਪਹਿਲੀ ਹੈ 101। ਸੋ ਜਿਹੜੀ 101st ਅਮੈਂਡਮੈਂਟ ਹੈ ਇਹਨੇ ਇੰਟਰੋਡਿਊਸ ਕੀਤਾ ਹੈ GST ਗੁੱਡਸ ਐਂਡ ਸਰਵਿਸਿਜ਼ ਟੈਕਸ ਜਿਹੜਾ ਕਿ ਲਾਗੂ ਹੋਇਆ ਸੀ 1 ਜੁਲਾਈ 2017 ਤੋਂ। 102nd ਅਮੈਂਡਮੈਂਟ ਨੇ ਕਨਸਟੀਟਿਊਸ਼ਨਲ ਸਟੇਟਸ ਦਿੱਤਾ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸ ਨੂੰ। 103rd ਅਮੈਂਡਮੈਂਟ ਇਹਨੇ 10% ਰਿਜ਼ਰਵੇਸ਼ਨ ਦਿੱਤੀ ਹੈ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ। ਦੈਨ 104th ਜਿਹੜੀ ਵੀ ਰਿਜ਼ਰਵੇਸ਼ਨ ਸੀ ਸੀਟਸ ਦੀ SC ਤੇ ST ਦੀ ਲੋਕ ਸਭਾ ਤੇ ਸਟੇਟ ਅਸੈਂਬਲੀ ਦੇ ਵਿੱਚ ਉਹਨੂੰ ਐਕਸਟੈਂਡ ਕਰਤਾ ਤੇ ਉਰੇ ਐਂਗਲੋ ਇੰਡੀਅਨ ਦੀ ਜਿਹੜੀ ਰਿਜ਼ਰਵੇਸ਼ਨ ਸੀ ਉਹ ਖਤਮ ਹੋ ਗਈ ਸੀ। ਨੈਕਸਟ ਇੱਕ ਹੁਣੀ ਰੀਸੈਂਟਲੀ ਲਾਸਟ ਵੀਕ ਵਿੱਚ ਹੀ ਅਮੈਂਡਮੈਂਟ ਬਿੱਲ ਪਾਸ ਕੀਤਾ ਗਿਆ ਲੋਕ ਸਭਾ ਦੇ ਵਿੱਚ 127th ਅਮੈਂਡਮੈਂਟ ਬਿੱਲ। ਹਜੇ ਨੂੰ ਨੰਬਰਿੰਗ ਦਿੱਤੀ ਨਹੀਂ ਗਈ, ਨੰਬਰਿੰਗ ਦੇਣ ਤੋਂ ਬਾਅਦ ਇਹ 105th ਅਮੈਂਡਮੈਂਟ ਐਕਟ ਬਣ ਜੂ ਤੇ ਇਸ ਐਕਟ ਦੇ ਵਿੱਚ ਜਿਹੜੀਆਂ ਸਟੇਟਸ ਦੀਆਂ ਪਾਵਰ ਨੇ ਕਿ ਉਹ ਆਪਣੀ ਖੁਦ ਦੀ OBC ਲਿਸਟ ਤਿਆਰ ਕਰ ਸਕਣ ਉਸ ਪਾਵਰ ਨੂੰ ਰੀਸਟੋਰ ਕਰਨ ਦੀ ਗੱਲ ਕੀਤੀ ਹੈ। ਸੋ ਤੁਸੀਂ ਇਸ ਅਮੈਂਡਮੈਂਟ ਬਿੱਲ ਦਾ ਨੰਬਰ, ਇਸ ਐਕਟ ਦਾ ਨੰਬਰ ਤੇ ਇਹਦਾ ਮੇਨ ਫੋਕਸ ਕੀ ਹੈ ਇਹ ਸਾਰੀਆਂ ਚੀਜ਼ਾਂ ਐਗਜ਼ਾਮ ਦੇ ਲਈ ਯਾਦ ਰੱਖਣੀਆਂ ਨੇ। So this was all about our important constitution amendments. I hope you liked the video. Keep supporting. Do like, share and comment.